सत श्री अकाल स्टूडेंट्स, वेलकम टू फतेह एडूकॉम। अज असी सैकेंड पार्ट करांगे हिस्टोरिकल बैकग्राउंड का, जिहड़ा फर्स्ट चैप्टर है इंडियन पॉलिटी का, वह ही कंटिन्यू करांगे। जिन्होंने नहीं देखा है पहला पार्ट, प्लीज़ पहला पार्ट जरूर देख लें। तो चलो स्टार्ट करते हैं। सो 25 क्वेश्चन असी कर ले सी फर्स्ट पार्ट दे विच, 26 तो स्टार्ट करांगे राइट। और अगेन मैं कहूँगी कि इंडियन पॉलिटी फर्स्ट चैप्टर सामने रख के बनाया है। MCQs कोई भी चीज़ जी है मिस नहीं की है। सो इन केस थोड़ा चैप्टर मिस हो जाता, तुम नहीं पढ़ते, सिर्फ MCQs देख लेंगे हो, तो भी थोड़ा पूरा का पूरा चैप्टर जो कवर हो जाएगा। सो फर्स्ट क्वेश्चन जो अज का, आइडेंटिफाई द करैक्ट स्टेटमेंट रिगार्डिंग इंडियन कौंसल एक्ट 1892। सो पहली स्टेटमेंट हैगी है, इट इनक्रीज द नंबर ऑफ एडिशनल और नॉन ऑफिशियल एडिशनल मैंबर्स ਜਿਹੜੇ ਸੈਂਟਰਲ ਤੇ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲਸ ਦੇ ਵਿੱਚ ਇਨਕਰੀਜ਼ ਕੀਤੇ ਗਏ ਸੀਗੇ ਨॉन ऑफिशियल। ठीक है, ਸੈਂਟਰਲ ਜਿਹੜੀ ਲੈਜਿਸਲੇਟਿਵ ਕਾਉਂਸਲ ਹੈ ਲੇਟਰ ਔਨ ਇਹਨੂੰ ਇੰਪੀਰੀਅਲ ਲੈਜਿਸਲੇਟਿਵ ਕਾਉਂਸਲ ਵੀ ਕਿਹਾ ਜਾਂਦਾ ਸੀ, ਵਿਚ ਲੇਟਰ ਔਨ ਬਿਕੇਮ ਪਾਰਲੀਮੈਂਟ ਆਫ ਇੰਡੀਆ। ਠੀਕ ਹੈ, ਤੇ ਪ੍ਰੋਵਿੰਸ਼ੀਅਲ ਮਤਲਬ ਸਟੇਟ, ਜਿਵੇਂ ਸਟੇਟ ਦੇ ਵਿੱਚ ਹੁੰਦੀਆਂ ਨੇ ਲੈਜਿਸਲੇਟਿਵ ਅਸੈਂਬਲੀਜ਼ ਹੋਵੇਂ। ਸੋ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲ ਤੇ ਸੈਂਟਰਲ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਜਿਹੜੇ ਐਡੀਸ਼ਨਲ ਮੈਂਬਰ ਸੀਗੇ ਉਹਨਾਂ ਦਾ ਨੰਬਰ, ਜਿਹੜੇ ਨॉन ऑफिशियल ਸੀਗੇ ਉਹਨਾਂ ਦਾ ਨੰਬਰ ਇਨਕਰੀਜ਼ ਕੀਤਾ ਗਿਆ ਥਰੂ ਦਿਸ ਐਕਟ। ਸੈਕਿੰਡ ਹੈਗਾ ਕਿ ਵਾਇਸਰॉय ਨੋਮੀਨੇਟਿਡ ਨॉन ऑफिशियल ਮੈਂਬਰਸ ਟੂ ਸੈਂਟਰਲ ਲੈਜਿਸਲੇਟਿਵ ਕਾਉਂਸਲ। ਜਿਵੇਂ ਪ੍ਰੈਜ਼ੀਡੈਂਟ ਹੈ ਨਾ, ਉਸ ਟਾਈਮ ਵਾਇਸਰॉय ਸੀਗੇ, ਅੱਜ ਦੇ ਟਾਈਮ ਅਸੀਂ ਇਹਨੂੰ ਪ੍ਰੈਜ਼ੀਡੈਂਟ ਨਾਲ ਇਕੁਏਟ ਕਰ ਸਕਦੇ ਹਾਂ। ਸੋ ਜਿਹੜਾ ਵਾਇਸਰॉय ਸੀਗਾ, ਜਿਵੇਂ ਪ੍ਰੈਜ਼ੀਡੈਂਟ ਆਪਣਾ ਜਿਹੜਾ ਨੋਮੀਨੇਟ ਕਰਦੇ ਆ ਹੈ ਨਾ ਮੈਂਬਰਸ ਰਾਜ ਸਭਾ ਨੂੰ, ਲੋਕ ਸਭਾ ਨੂੰ। ਸੋ ਇਸੇ ਤਰ੍ਹਾਂ ਹੀ ਜਿਹੜਾ ਮਤਲਬ ਵਾਇਸਰॉय ਸੀਗਾ ਉਹ ਨॉन ऑफिशियल ਮੈਂਬਰਸ ਨੂੰ ਨੋਮੀਨੇਟ ਕਰਦਾ ਸੀ ਸੈਂਟਰਲ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਔਨ ਰਿਕਮੈਂਡੇਸ਼ਨ ਆਫ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲਸ ਐਂਡ ਬੰਗਾਲ ਚੈਂਬਰ ਆਫ ਕਾਮਰਸ। ਸੋ ਬਿਲਕੁਲ ਠੀਕ ਹੈ। ਸਿਮਿਲਰਲੀ ਜਿਵੇਂ ਅੱਜ ਦੀ ਡੇਟ ਦੇ ਵਿੱਚ ਗਵਰਨਰ ਰਿਕਮੈਂਡ ਕਰਦਾ ਸਟੇਟ ਲੈਵਲ ਦੇ ਵਿੱਚ, ਉਵੇਂ ਹੀ ਉਦੋਂ ਗਵਰਨਰ ਜਿਹੜਾ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਜਿਹੜਾ ਨੋਮੀਨੇਟ ਕਰਦਾ ਸੀ ਨॉन ऑफिशियल ਮੈਂਬਰਸ ਨੂੰ ਔਨ ਰਿਕਮੈਂਡੇਸ਼ਨਸ ਆਫ ਡਿਸਟ੍ਰਿਕਟ ਬੋਰਡ, ਮਿਊਨਿਸਪੈਲਿਟੀਜ਼, ਯੂਨੀਵਰਸਿਟੀਜ਼, ਟ੍ਰੇਡ ਐਸੋਸੀਏਸ਼ਨ, ਜ਼ਮੀਂਦਾਰਸ ਐਂਡ ਚੈਂਬਰਸ। ਸੋ ਸਾਰੀ ਹੀ ਸਟੇਟਮੈਂਟਸ ਜਿਹੜੀਆਂ ਨੇ ਉਹ ਬਿਲਕੁਲ ਸਹੀ ਨੇ। ਸੋ ਇਹਦਾ ਆਪਸ਼ਨ ਆਏਗਾ D, 1, 2 ਐਂਡ 3। ਨੈਕਸਟ ਹੈ इंडियन कौंसल एक्ट ऑफ 1909 इज़ ऑल्सो नोन एज। सो इंडियन कौंसल एक्ट 1909 ਨੂੰ ਮੌਰਲੇ ਮਿੰਟੋ ਰਿਫਾਰਮਸ ਵੀ ਬੋਲਦੇ ਆ, ਕਿਉਂਕਿ ਲਾਰਡ ਮੌਰਲੇ ਜਿਹੜਾ ਸੀ ਉਸ ਟਾਈਮ ਸੈਕਟਰੀ ਆਫ ਸਟੇਟ ਸੀਗਾ ਐਂਡ ਲਾਰਡ ਮਿੰਟੋ ਜਿਹੜਾ ਸੀ ਉਸ ਟਾਈਮ ਵਾਇਸਰॉय ਸੀ ਇੰਡੀਆ ਦਾ। ਠੀਕ ਹੈ, ਸੋ ਆਪਸ਼ਨ ਆਏਗਾ A, ਮੌਰਲੇ ਮਿੰਟੋ ਰਿਫਾਰਮਸ। ਨੈਕਸਟ ਹੈ, ਸੋ ਇਹ ਕੁਐਸਚਨ ਕਾਫੀ ਵਾਰ ਪੁੱਛਿਆ ਜਾਂਦਾ ਹੈ, ਵਿਚ ਅਮੰਗ ਦ ਫੋਲੋਇੰਗ ਐਕਟ हैड द शॉर्टेस्ट टेन्योर। सो इस द राइट आंसर आएगा ऑप्शन C, इंडियन कौंसल एक्ट ऑफ 1909, या आप कह सकते हैं मौरले मिंटो रिफॉर्म्स का जोड़ा टेन्योर सीगा सब तो समॉलेस्ट सीगा, सब तो शॉर्ट टेन्योर सीगा। नैक्सट है, अंडर इंडियन कौंसल एक्ट ऑफ 1909 नंबर ऑफ मैंबर्स इन द सेंट्रल लैजिस्लेटिव कौंसल या फिर इंपीरियल लैजिस्लेटिव कौंसल जोड़ा नंबर ऑफ मैंबर सीगे 16 सीगे, पहला उन्होंने वधा के किन्ने कर दिते गए। सो इस द राइट आंसर है ऑप्शन C, 16 तो 60 कर दिते गए सीगे। ठीक है, नैक्सट है, आइडेंटिफाई द करैक्ट स्टेटमेंट रिगार्डिंग इंडियन कौंसल एक्ट ऑफ 1909, या आप कह सकते हैं मौरले मिंटो रिफॉर्म्स के बारे केड़ी स्टेटमेंट करैक्ट है। फर्स्ट स्टेटमेंट है, इट प्रोवाइडेड फॉर द फर्स्ट टाइम फॉर द एसोसीएशन ऑफ इंडियंस विद द एग्जैक्टिव काउंसल्स ऑफ वायसरॉय एंड गवर्नर, कि ਜਿਹੜੀ ਮਤਲਬ ਵਾਇਸਰॉय ਦੀ ਉਹਨੂੰ ਅਸਿਸਟ ਕਰਨ ਵਾਸਤੇ ਤੇ ਗਵਰਨਰ ਨੂੰ ਉਹਦੇ ਕੰਮਾਂ 'ਚ ਅਸਿਸਟ ਕਰਨ ਵਾਸਤੇ ਨਾ ਦੋਵਾਂ ਨੂੰ ਐਗਜ਼ੈਕਟਿਵ ਕਾਉਂਸਲਸ ਜਿਹੜੀਆਂ ਸੀਗੀਆਂ ਨਾਲ ਦਿੱਤੀਆਂ ਸੀ, ਜਿਹਦੇ ਵਿੱਚ ਕੁਝ ਮੈਂਬਰਸ ਜਿਹੜੇ ਸੀਗੇ ਬਟ ਉਹ ਮੈਂਬਰਸ ਬ੍ਰਿਟਿਸ਼ਰਸ ਹੀ ਹੁੰਦੇ ਸੀ। ਠੀਕ ਹੈ, ਹੁਣ ਇਹਦੇ ਵਿੱਚ 1909 ਦਾ ਜਦੋਂ ਐਕਟ ਆਇਆ ਤੇ ਫਸਟ ਟਾਈਮ ਉਹਨਾਂ ਦੀ ਐਗਜ਼ੈਕਟਿਵ ਕਾਉਂਸਲਸ ਦੇ ਵਿੱਚ ਇਹਨਾਂ ਨੇ ਇੰਡੀਅਨਸ ਨੂੰ ਇਨਕਲੂਡ ਕੀਤਾ। ਠੀਕ ਆ, ਸੋ ਸੈਕਿੰਡ ਆਪਸ਼ਨ ਹੈ, ਸਚਿਦਾਨੰਦ ਸਿਨਹਾ ਬਿਕੇਮ ਦ ਫਸਟ ਇੰਡੀਅਨ ਟੂ ਜੁਆਇਨ ਦ ਵਾਇਸਰॉयਜ਼ ਐਗਜ਼ੈਕਟਿਵ ਕਾਉਂਸਲ, ही वॉज अपॉइंटेड एज द लॉ मिनिस्टर। सो स्टेटमेंट गलत है, क्योंकि सचिदानंद सिन्हा नहीं सीगे। सचिदानंद सिन्हा जिहड़े इंटरिम प्रेजिडेंट सीगे कॉन्स्टिट्यूएंट असैंबली जो बनी सी 1946 ਦੇ ਵਿੱਚ ਜਾ ਕੇ। ठीक है, सो 1909 ਦੇ ਵਿੱਚ ਸਤਿੰਦਰ ਪ੍ਰਸਾਦ ਸਿਨਹਾ ਸੀਗੇ। ਸੋ ਨਾਮ ਥੋੜਾ ਜਿਹਾ ਕਨਫਿਊਜ਼ਿੰਗ ਰਹੂਗਾ। ਸੋ ਸਤਿੰਦਰ ਪ੍ਰਸਾਦ ਸਿਨਹਾ ਜਿਹੜੇ ਸੀਗੇ ਇਹ ਫਸਟ ਇੰਡੀਅਨ ਸੀਗੇ ਜਿਨ੍ਹਾਂ ਨੇ ਵਾਇਸਰॉय ਦੀ ਐਗਜ਼ੈਕਟਿਵ ਕਾਉਂਸਲ ਨੂੰ ਜੁਆਇਨ ਕੀਤਾ ਸੀਗਾ ਔਰ ਇਹਨਾਂ ਨੂੰ ਐਜ਼ ਅ ਲਾਅ ਮਿਨਿਸਟਰ ਜੁਆਇਨ ਕਰਵਾਇਆ ਗਿਆ ਸੀ। ਠੀਕ ਹੈ, ਸੋ ਸਤਿੰਦਰ प्रसाद सिन्हा आएगा सेकेंड ऑप्शन दे विच। सो राइट आंसर आएगा ऑप्शन A, ओनली 1 राइट। नैक्सट है, विच एक्ट इंट्रोड्यूस्ड अ सिस्टम ऑफ कम्यूनल रिप्रजेंटेशन ऑफ मुस्लिम्स बाय एक्सेप्टिंग द कॉन्सैप्ट ऑफ सैपरेट इलैक्टोरेट। सो सैपरेट बहुत बार क्वेश्चन आता है राइट। सो कि सैपरेट इलैक्टोरेट मुस्लिम्स वास्ते किहड़े एक्ट के थ्रू लिया गया सी या किहड़े रिफॉर्म्स के थ्रू लिया गया सी। सो राइट आंसर इज ऑप्शन C,
इंडियन कौंसल्स एक्ट ऑफ 1909 या फिर कह सकते ਆਪਾਂ ਮੌਰਲੇ ਮਿੰਟੋ ਰਿਫਾਰਮਸ ਦੇ ਥਰੂ ਜਿਹੜਾ ਕਮਿਊਨਲ ਸੈਪਰੇਟ ਇਲੈਕਟੋਰੇਟ ਜਿਹੜਾ ਮੁਸਲਿਮਸ ਵਾਸਤੇ ਉਹ ਲਿਆਂਦਾ ਗਿਆ ਸੀ ਰਾਈਟ। ਨੈਕਸਟ ਹੈ who among the following is known as father of communal electorate। so father of communal electorate ਕਿਹਨੂੰ ਕਹਿੰਦੇ ਆ? ਰਾਈਟ ਆਨਸਰ ਆਏਗਾ ਆਪਸ਼ਨ ਏ ਲਾਰਡ ਮਿੰਟੋ। ਠੀਕ ਹੈ, ਜਿਹੜਾ ਉਸ ਟਾਈਮ ਵਾਇਸਰॉय ਸੀ। ਆਪਸ਼ਨਸ ਦੇਖੋ ਤਾਂ ਲਾਰਡ ਮੌਰਲੇ ਵੀ ਹੈ, ਸੋ ਉਹਨੂੰ ਨਹੀਂ ਆਪਾਂ ਟਿਕ ਕਰਨਾ। ਲਾਰਡ ਮਿੰਟੋ ਇਜ਼ ਨੋਨ ਐਜ਼ ਫਾਦਰ ਆਫ ਕਮਿਊਨਲ ਇਲੈਕਟੋਰੇਟ ਰਾਈਟ। ਸੋ ਰਾਈਟ ਆਨਸਰ ਇਜ਼ ਆਪਸ਼ਨ ਏ। ਨੈਕਸਟ ਹੈ identify the correct statement regarding Government of India Act 1919। so Government of India Act 1919 ਨੂੰ ਆਪਾਂ ਮੌਂਟੇਗ ਕੈਮਸਫੋਰਡ ਰਿਫਾਰਮਸ ਵੀ ਬੋਲਦੇ ਹਾਂ ਬਿਕੋਜ਼ ਲਾਰਡ ਮੌਂਟੇਗ ਉਸ ਵੇਲੇ ਸੈਕਟਰੀ ਆਫ ਸਟੇਟ ਸੀਗਾ ਤੇ ਲਾਰਡ ਕੈਮਸਫੋਰਡ ਜਿਹੜਾ ਸੀਗਾ ਉਹ ਵਾਇਸਰॉय ਸੀ। ਠੀਕ ਹੈ, ਸੋ ਫਰਸਟ ਸਟੇਟਮੈਂਟ ਹੈ also known as Montague-Chelmsford reforms, it relaxed the central control over the provinces by demarcating and separating the central and provincial subjects। ठीक है, सो एक तरह की decentralization ਜਿਹੜੀ ਹੋਰ ਜ਼ਿਆਦਾ ਹੋ ਗਈ ਹੈ ਇੱਥੇ ਆ ਕੇ। ਸੋ ਇਹਦੇ ਵਿੱਚ ਇਹਨਾਂ ਨੇ ਜਿਵੇਂ ਆਪਣੇ 7 ਸ਼ਡਿਊਲ ਦੇ ਅੰਡਰ ਯੂਨੀਅਨ ਤੇ ਸਟੇਟ ਸਬਜੈਕਟਸ ਨੇ ਹੈ ਨਾ, ਕੰਕਰੈਂਟ ਸਬਜੈਕਟ ਵੀ ਹੈ। ਸੋ ਉਸ ਟਾਈਮ ਇਹਨਾਂ ਨੇ ਸਿਮਿਲਰਲੀ ਜਿਵੇਂ ਸੈਂਟਰਲ ਤੇ ਪ੍ਰੋਵਿੰਸ਼ੀਅਲ ਹੈ, ਜਿਵੇਂ ਅੱਜ ਯੂਨੀਅਨ ਤੇ ਸਟੇਟ ਸਬਜੈਕਟ ਹੈ, ਸੋ ਇਸ ਤਰ੍ਹਾਂ ਇਹਨਾਂ ਨੇ ਡੀਮਾਰਕੇਟ ਕਰਤੇ ਕੁਝ ਸਬਜੈਕਟਸ। ਸੈਕਿੰਡ ਸਟੇਟਮੈਂਟ ਹੈ it further divided the provincial subjects। provincial मतलब ਜਿਵੇਂ ਆਪਾਂ ਅੱਜ ਦੇ ਡੇਟ ਦੇ ਵਿੱਚ ਕਹਿ ਲਈਏ ਸਟੇਟ ਸਬਜੈਕਟ ਹੈ, ਸੋ ਇਹਨਾਂ ਨੇ provincial subject ਨੂੰ further divide ਕਰ ਦਿੱਤਾ ਟਰਾਂਸਫਰ ਤੇ ਰਿਜ਼ਰਵ ਦੇ ਵਿੱਚ। ਇਹ ਵੀ ਬਿਲਕੁਲ ਠੀਕ ਹੈ। ਥਰਡ ਸਟੇਟਮੈਂਟ ਹੈ both the transferred and reserved subjects were to be administered by the governor with the aid of ministers responsible to the legislative council। ਸੋ ਇਹ ਗਲਤ ਹੈ ਸਟੇਟਮੈਂਟ, ਕਿਉਂਕਿ ਸਿਰਫ ਔਰ ਸਿਰਫ ਜਿਹੜੇ ਟਰਾਂਸਫਰਡ ਸਬਜੈਕਟ ਹੁੰਦੇ ਸੀਗੇ, ਠੀਕ ਹੈ, ਉਹਦੇ ਲਈ ਜਿਹੜਾ ਗਵਰਨਰ ਸੀਗਾ ਉਹ ਅਕਾਊਂਟੇਬਲ ਸੀਗਾ ਲੈਜਿਸਲੇਟਿਵ ਕਾਉਂਸਲ ਨੂੰ। ਬਟ ਜੇਕਰ ਆਪਾਂ ਰਿਜ਼ਰਵਡ ਸਬਜੈਕਟਸ ਦੀ ਗੱਲ ਕਰੀਏ, ਦੋਵੇਂ ਹੀ ਆਲਦੋ ਦੋਵੇਂ ਹੀ ਟਰਾਂਸਫਰਡ ਵੀ ਤੇ ਰਿਜ਼ਰਵਡ ਵੀ ਬੋਥ ਵਰ ਐਡਮਿਨਿਸਟਰਡ ਬਾਈ ਦੀ ਗਵਰਨਰ। ਪਰ ਅਗਰ ਅਕਾਊਂਟੇਬਿਲਿਟੀ ਦੀ ਗੱਲ ਕਰੀਏ ਤੇ ਰਿਜ਼ਰਵਡ ਸਬਜੈਕਟਸ ਵਾਸਤੇ ਜਿਹੜਾ ਗਵਰਨਰ ਸੀਗਾ ਉਹ ਅਕਾਊਂਟੇਬਲ ਨਹੀਂ ਸੀ ਲੈਜਿਸਲੇਟਿਵ ਕਾਉਂਸਲ ਨੂੰ। ਠੀਕ ਹੈ, ਹੀ ਵਾਜ਼ ਅਕਾਊਂਟੇਬਲ ਟੂ ਦੀ ਵਾਇਸਰॉय, ਨਾ ਕਿ ਲੈਜਿਸਲੇਟਿਵ ਕਾਉਂਸਲ। ਬਟ ਜਿਹੜੇ ਟਰਾਂਸਫਰਡ ਸਬਜੈਕਟ ਸੀਗੇ ਉਹਦੇ ਲਈ ਉਹ ਲੈਜਿਸਲੇਟਿਵ ਕਾਉਂਸਲ ਨੂੰ ਅਕਾਊਂਟੇਬਲ ਸੀਗਾ। ਠੀਕ ਹੈ, ਸੋ ਇਹ ਡਿਫਰੈਂਸ ਹੈ ਛੋਟਾ ਜਿਹਾ। ਸੋ ਇਸ ਦਾ ਰਾਈਟ ਆਨਸਰ ਆਏਗਾ ਆਪਸ਼ਨ ਏ 1 and 2। ਓਨਲੀ 1 and 2 ਆਰ ਕਰੈਕਟ। ਨੈਕਸਟ ਹੈ which act introduced dual system of governance or diarchy in provinces। ਹੁਣ ਜਿਹੜਾ ਆਪਾਂ ਹੁਣੇ ਪੜ੍ਹਿਆ ਕਿ ਟਰਾਂਸਫਰ ਪ੍ਰੋਵਿੰਸ਼ੀਅਲ ਸਬਜੈਕਟਸ ਨੂੰ ਡਿਵਾਈਡ ਕਰ ਦਿੱਤਾ ਫਰਦਰ ਟਰਾਂਸਫਰ ਤੇ ਰਿਜ਼ਰਵ ਸਬਜੈਕਟਸ ਦੇ ਵਿੱਚ। ਸੋ ਇਸ ਸਿਸਟਮ ਨੂੰ ਆਪਾਂ ਕਹਿੰਦੇ ਸੀਗੇ ਡਿਊਲ ਸਿਸਟਮ ਆਫ ਗਵਰਨੈਂਸ ਜਾਂ ਡਾਇਆਰਕੀ। ਸੋ ਇਹ ਕਾਹਦੇ ਵਿੱਚ ਇੰਟਰੋਡਿਊਸ ਕੀਤਾ ਗਿਆ? ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਥਰੂ Montague-Chelmsford reform diarchy was introduced in provinces। ਠੀਕ ਹੈ, ਸੋ provinces word ਵੀ ਯਾਦ ਰੱਖਣਾ ਹੈ। ਨੈਕਸਟ ਹੈ which act introduced for the first time bicameralism and ਡਾਇਰੈਕਟ ਇਲੈਕਸ਼ਨਸ ਇਨ ਦਾ ਕੰਟਰੀ। ਬਾਈਕੈਮਰਲਿਜ਼ਮ ਕੀ ਹੁੰਦਾ ਕਿ ਜਿਹੜਾ ਹਾਊਸ ਹੈ ਉਹਨੂੰ ਡਿਵਾਈਡ ਕਰ ਦਿੰਦੇ ਆਪਾਂ ਅੱਪਰ ਹਾਊਸ ਤੇ ਲੋਅਰ ਹਾਊਸ। ਜਿਵੇਂ ਪਾਰਲੀਮੈਂਟ ਨੂੰ ਆਪਾਂ ਡਿਵਾਈਡ ਕਰਦੇ ਹਾਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ, ਹੈ ਨਾ। ਸੋ ਇਸੇ ਤਰ੍ਹਾਂ ਸਟੇਟਸ ਜਿਹੜੀਆਂ ਸਟੇਟਸ ਦੇ ਵਿੱਚ ਆਪਾਂ ਸਟੇਟ ਲੈਜਿਸਲੇਟਿਵ ਅਸੈਂਬਲੀ ਹੁੰਦੀ ਹੈ, ਸਟੇਟ ਲੈਜਿਸਲੇਟਿਵ ਕਾਉਂਸਲ ਹੁੰਦੀ। ਸੋ ਇਹਨੂੰ ਆਪਾਂ ਕੀ ਕਹਿੰਦੇ ਹਾਂ? ਬਾਈਕੈਮਰਲਿਜ਼ਮ। ਤੇ ਦੂਸਰਾ ਡਾਇਰੈਕਟ ਇਲੈਕਸ਼ਨਸ ਵੀ ਆਈਆਂ। ਸੋ ਡਾਇਰੈਕਟ ਇਲੈਕਸ਼ਨਸ ਅਗਰ ਆਪਾਂ ਗੱਲ ਕਰੀਏ ਤੇ ਮਤਲਬ ਜਿਵੇਂ ਅੱਜ ਦੀ ਡੇਟ ਦੇ ਵਿੱਚ ਹੁੰਦੀਆਂ ਨੇ ਜਨਰਲ ਇਲੈਕਸ਼ਨ। ਸੋ ਇੰਡੀਆ ਦੀ ਜਦ ਤੱਕ ਇੰਡੀਪੈਂਡੈਂਟ ਨਹੀਂ ਹੋਇਆ ਤਦ ਤੱਕ ਡਾਇਰੈਕਟ ਇਲੈਕਸ਼ਨਸ ਪੂਰੀ ਤਰ੍ਹਾਂ ਨਹੀਂ ਸੀਗੀਆਂ। ਇਹਦੇ ਵਿੱਚ ਸਿਰਫ ਕੁਛ ਕਲਾਸ ਦੇ ਲੋਕਾਂ ਨੂੰ ਜਿਹੜੀਆਂ ਰਾਈਟਸ ਸੀ, ਜਿਵੇਂ ਕੁਛ ਜ਼ਮੀਂਦਾਰ ਹੁੰਦੇ ਸੀ, ਮਤਲਬ ਕਹਿ ਲਓ ਬ੍ਰਿਟਿਸ਼ ਲੋਇਲਿਸਟ ਜਿਹੜੇ ਹੁੰਦੇ ਸੀ, ਉਹੀ ਇਲੈਕਸ਼ਨਸ ਦੇ ਵਿੱਚ ਜ਼ਿਆਦਾਤਰ ਪਾਰਟੀਸੀਪੇਟ ਕਰਦੇ ਸੀ, ਜਾਂ ਜਿਹੜੀ ਐਲੀਟ ਕਲਾਸ ਹੁੰਦੀ ਸੀ। ਠੀਕ ਹੈ, ਸੋ ਇਸ ਦਾ ਰਾਈਟ ਆਨਸਰ ਆਏਗਾ ਆਪਸ਼ਨ ਬੀ। ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਥਰੂ ਫਸਟ ਟਾਈਮ ਬਾਈਕੈਮਰਲਿਜ਼ਮ ਤੇ ਡਾਇਰੈਕਟ ਇਲੈਕਸ਼ਨਸ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤੀਆਂ ਗਈਆਂ। ਨੈਕਸਟ ਹੈ which act extended the principle of communal representation by providing separate electorates for Sikhs, Indian Christians, Anglo-Indians and Europeans। ਹੁਣ ਉਹਦੇ ਵਿੱਚ ਆਪਾਂ 1909 ਮੌਰਲੇ ਮਿੰਟੋ ਰਿਫਾਰਮਸ ਆਪਾਂ ਪੜ੍ਹਿਆ ਸੀਗਾ ਵੀ ਉਹਦੇ ਵਿੱਚ ਸੈਪਰੇਟ ਇਲੈਕਟੋਰੇਟ ਮੁਸਲਿਮਸ ਲਈ ਲਿਆਂਦਾ ਗਿਆ। ਹੁਣ ਇਹ ਜਿਹੜਾ ਐਕਟ ਆਇਆ ਸੀ Montague-Chelmsford 1919 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ, ਇਹਦੇ ਥਰੂ ਫਿਰ ਉਹ ਜਿਹੜਾ ਕਮਿਊਨਲ ਰਿਪਰੈਜ਼ੈਂਟੇਸ਼ਨ ਵਾਲਾ ਪ੍ਰਿੰਸੀਪਲ ਸੀ ਇਹਨੂੰ ਫਰਦਰ ਐਕਸਟੈਂਡ ਕੀਤਾ ਗਿਆ। ਮਤਲਬ ਸੈਪਰੇਟ ਇਲੈਕਟੋਰੇਟ ਸਿੱਖਾਂ ਨੂੰ ਵੀ ਦਿੱਤਾ ਗਿਆ, ਕ੍ਰਿਸਚਨ ਜਿਹੜੇ ਇੰਡੀਅਨ ਕ੍ਰਿਸਚਨ ਸੀ ਉਹਨਾਂ ਲਈ ਵੀ, ਐਂਗਲੋ ਇੰਡੀਅਨਸ ਲਈ ਵੀ ਤੇ ਯੂਰੋਪੀਅਨਸ ਲਈ ਵੀ। ਸੋ ਰਾਈਟ ਆਨਸਰ ਇਜ਼ ਆਪਸ਼ਨ ਬੀ ਗਵਰਨਮੈਂਟ ਆਫ ਇੰਡੀਆ ਐਕਟ 1919। ਨੈਕਸਟ ਹੁਣ ਉਹੀ ਚੀਜ਼ ਆ ਗਈ ਕਿ ਗਵਰਨਮੈਂਟ ਆਫ ਇੰਡੀਆ ਐਕਟ 1919 ਗ੍ਰਾਂਟਿਡ ਫਰੈਂਚਾਈਜ਼ ਟੂ ਅ ਲਿਮਿਟਿਡ ਨੰਬਰ ਆਫ ਪੀਪਲ ਔਨ ਦਾ ਬੇਸਿਸ ਆਫ, ਮਤਲਬ ਕਿ ਜਿਹੜੇ ਲੋਕ ਸੀ ਉਹ ਇਲੈਕਸ਼ਨਸ ਦੇ ਵਿੱਚ ਕਿਹੜੇ ਬੇਸਿਸ 'ਤੇ ਪਾਰਟੀਸੀਪੇਟ ਕਰ ਸਕਦੇ ਸੀ। ਸੋ ਆਪਸ਼ਨ ਏ ਇਜ਼ ਪ੍ਰੋਪਰਟੀ, ਆਪਸ਼ਨ ਬੀ ਇਜ਼ ਟੈਕਸ, ਆਪਸ਼ਨ ਸੀ ਇਜ਼ ਐਜੂਕੇਸ਼ਨ, ਆਪਸ਼ਨ ਡੀ ਇਜ਼ ਆਲ ਆਫ ਦਾ ਅਬਵ। ਸੋ ਰਾਈਟ ਆਨਸਰ ਇਜ਼ ਆਪਸ਼ਨ ਡੀ
ऑल ऑफ दी अबव मतलब जिहदी प्रॉपर्टी ज़्यादा आ, ठीक है, टैक्स तारदा आ बंदा, एजुकेशन आ, एलीट क्लास नूं बिलोंग करदा, सो ਉਹੀ लोग ਜਿਹੜੇ ਸੀਗੇ ਉਹ ਜਿਵੇਂ ਜ਼ਮੀਂਦਾਰ ਵਗੈਰਾ ਹੈ ਨਾ ਪ੍ਰੋਪਰਟੀਜ਼ ਦੇ ਬੇਸਿਸ ਦੇ ਉੱਤੇ ਆਪਾਂ ਕਹਿ ਸਕਦੇ, ਸੋ ਉਹੀ ਲੋਕ ਜਿਹੜੇ ਸੀ ਇਲੈਕਸ਼ਨਸ ਦੇ ਵਿੱਚ ਪਾਰਟਿਸਿਪੇਟ ਕਰਦੇ ਸੀ। ਸੋ ਰਾਈਟ ਆਨਸਰ ਇਜ਼ ਆਪਸ਼ਨ ਡੀ, ਆਲ ਆਫ ਦੀ ਅਬਵ। ਨੈਕਸਟ ਹੈ which act provided for the establishment of a public service commission for recruitment of civil servants। ਸੋ ਆਪਾਂ ਇਹਨੂੰ ਰਿਪੀਟ ਕਰਾਂਗੇ। ਕੱਲ੍ਹ ਜੋ ਆਪਾਂ ਪੜ੍ਹਿਆ ਸੀਗਾ ਕਿ ਸਭ ਤੋਂ ਪਹਿਲਾਂ 1853 ਦੇ ਵਿੱਚ ਓਪਨ ਸਿਸਟਮ ਇਹਨਾਂ ਨੇ ਲਿਆਂਦਾ, ਠੀਕ ਹੈ, ਜਿਹੜਾ ਚਾਰਟਰ ਐਕਟ ਆਇਆ ਸੀ, ਓਪਨ ਸਿਸਟਮ ਆਫ ਕੰਪੀਟੀਸ਼ਨ ਫॉर ਸਿਵਲ ਸਰਵੈਂਟਸ, ਸੋ ਉਹ ਆਇਆ। ਦੈਨ ਉਸ ਤੋਂ ਬਾਅਦ 1919 ਦੇ ਜਿਹੜੇ ਹੁਣ ਇਹਦੇ ਵਿੱਚ ਆਨਸਰ ਆਏਗਾ ਗਵਰਨਮੈਂਟ ਆਫ ਇੰਡੀਆ ਐਕਟ 1990। ਸੋ ਮੋਂਟੇਗ ਕੈਮਸਫੋਰਡ ਰਿਫਾਰਮਸ ਦੇ ਥਰੂ ਇਹਨਾਂ ਨੇ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਲਿਆਂਦਾ ਫॉर ਦੀ ਰਿਕਰੂਟਮੈਂਟ ਆਫ ਸਿਵਲ ਸਰਵੈਂਟਸ। ਦੈਨ ਲੇਟਰ ਔਨ ਜਦੋਂ 1935 ਦਾ ਐਕਟ ਆਏਗਾ ਉਹਦੇ ਵਿੱਚ ਫੈਡਰਲ ਪਬਲਿਕ ਸਰਵਿਸ ਕਮਿਸ਼ਨ, ਪ੍ਰੋਵਿੰਸ਼ੀਅਲ ਪਬਲਿਕ ਸਰਵਿਸ ਕਮਿਸ਼ਨ ਤੇ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਦੀ ਜਿਹੜੀ ਹੈ ਸਥਾਪਨਾ ਕੀਤੀ ਗਈ, ਠੀਕ ਹੈ। ਸੋ ਇਹ ਤਿੰਨੇ ਚੀਜ਼ਾਂ ਜਿਹੜੀਆਂ ਤੁਸੀਂ ਯਾਦ ਰੱਖਣੀਆਂ। ਸੋ ਇਹਦੇ ਵਿੱਚ ਰਾਈਟ ਆਨਸਰ ਆਏਗਾ ਵਿਚ ਐਕਟ ਪ੍ਰੋਵਾਈਡਡ ਫॉर द एस्टैब्लिशमेंट ऑफ पब्लिक सर्विस कमीशन फॉर रिक्रूटमेंट ऑफ सिविल सर्वेंट्स। सो राइट आंसर इज ऑप्शन बी, गवर्नमेंट ऑफ इंडिया एक्ट 1919। नेक्स्ट है आइडेंटिफाई द करेक्ट स्टेटमेंट। फर्स्ट स्टेटमेंट हैगी है सेंट्रल पब्लिक सर्विस कमीशन वाज सैट अप इन 1929 फॉर रिक्रूटिंग सिविल सर्वेंट। सो 1919 ਦਾ ਜਿਹੜਾ ਕੈਮਸਫੋਰਡ ਰਿਫਾਰਮਸ ਆਏ ਸੀਗੇ ਉਹਦੇ ਥਰੂ ਸੈਂਟਰਲ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਸੈਟਅਪ ਕੀਤਾ ਗਿਆ 1926 ਦੇ ਵਿੱਚ। ਸੋ ਫਸਟ ਆਪਸ਼ਨ ਜਿਹੜੀ ਹੈ ਉਹ ਇਨਕਰੈਕਟ ਹੈ। ਸੋ ਇੱਥੇ 1929 ਦੀ ਜਗ੍ਹਾ ਆਏਗਾ 1926। ਸੈਕਿੰਡ ਸਟੇਟਮੈਂਟ ਹੈ this was done on the recommendation of the Lee Commission on Superior Civil Services in India। ਇਹ ਲੀ ਕਮਿਸ਼ਨ 1923-24 ਦੇ ਵਿੱਚ ਸੈਟਅਪ ਕੀਤਾ ਗਿਆ ਸੀਗਾ ਜਿਹਨੇ ਇਹ ਰਿਕਮੈਂਡ ਕੀਤਾ ਸੀਗਾ ਫॉर the establishment of Central Public Service Commission। ਸੋ ਇਹ ਸਟੇਟਮੈਂਟ ਬਿਲਕੁਲ ਕਰੈਕਟ ਹੈ। ਸੋ ਰਾਈਟ ਆਨਸਰ ਇਜ਼ ਆਪਸ਼ਨ ਬੀ, 2 only। नेक्स्ट है which act provided for the appointment of a statutory commission to inquire into and report on its working after 10 years of its coming into force। मतलब वो ਕਿਹੜਾ ਐਕਟ ਸੀਗਾ ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਸੀਗਾ ਵੀ 10 ਸਾਲ ਬਾਅਦ ਜਦੋਂ ਉਹ ਐਕਟ ਨੂੰ 10 ਸਾਲ ਹੋ ਜਾਣਗੇ ਉਹਦੇ ਵਰਕਿੰਗ ਉਹਨੇ 10 ਸਾਲ ਦੇ ਵਿੱਚ ਕੀ ਕਾਰਜਕਾਰੀ ਕੀਤੀ ਹੈ ਉਹਦੇ 'ਤੇ ਇੱਕ ਰਿਪੋਰਟ, ਉਹਦੇ 'ਤੇ ਇੱਕ ਕਮਿਸ਼ਨ ਜਿਹੜਾ ਕੌਂਸਟੀਟਿਊਟ ਕੀਤਾ ਜਾਊਗਾ ਜਿਹੜੀ ਉਹਦੀ 10 ਸਾਲਾਂ ਦੀ ਕਾਰਜਕਾਰੀ ਦੇ ਉੱਤੇ ਰਿਪੋਰਟ ਪੇਸ਼ ਕਰੂਗਾ, ਠੀਕ ਹੈ, ਤੇ ਨਾਲ ਆਪਣੀਆਂ ਰਿਕਮੈਂਡੇਸ਼ਨਸ ਦਊਗਾ। ਸੋ ਉਹ ਐਕਟ ਸੀਗਾ, ਇਹਦੇ ਵਿੱਚ ਰਾਈਟ ਆਨਸਰ ਆਏਗਾ ਆਪਸ਼ਨ ਬੀ, ਗਵਰਨਮੈਂਟ ਆਫ ਇੰਡੀਆ ਐਕਟ 1919, ਠੀਕ ਹੈ, ਯਾਨੀ ਕਿ ਮੌਂਟੇਗ ਕੈਮਸਫੋਰਡ ਰਿਫਾਰਮ। ਹੁਣ ਇਹ ਐਕਟ ਨੂੰ 10 ਸਾਲ ਹੋਣੇ ਸੀ 1929 ਦੇ ਵਿੱਚ, ਹੈ ਨਾ, ਪਰ ਇਹਨਾਂ ਨੇ ਰਿਪੋਰਟ ਲੈਣ ਤੀ 1927 ਦੇ ਵਿੱਚ ਜਿਹਨੂੰ ਆਪਾਂ ਸਾਈਮਨ ਕਮਿਸ਼ਨ ਦੇ ਨਾਮ ਦੇ ਨਾਲ ਜਾਣਦੇ ਹਾਂ। ਸੋ ਸਾਈਮਨ ਕਮਿਸ਼ਨ 1927 ਦੇ ਵਿੱਚ ਹੀ ਲੈ ਆਂਦਾ ਗਿਆ 2 ਸਾਲ ਪਹਿਲਾਂ। ਉਹਦਾ ਇੱਕ ਰੀਜ਼ਨ ਸੀ ਕਿਉਂਕਿ ਇਹ ਜਿਹੜੀ ਕੈਮਸਫੋਰਡ ਰਿਫਾਰਮ ਜਿਹਨੇ ਲਿਆਂਦੇ ਸੀ ਕੰਜ਼ਰਵੇਟਿਵ ਪਾਰਟੀ ਸੀਗੀ, ਠੀਕ ਹੈ। ਹੁਣ ਇਲੈਕਸ਼ਨਸ ਹੋਣੀਆਂ ਸੀ ਯੂਕੇ ਦੇ ਵਿੱਚ, ਸੋ ਇਹਨਾਂ ਨੂੰ ਸੀਗਾ ਵੀ ਅਸੀਂ ਵਧੀਆ ਕੰਮ ਕਰ ਲਈਏ, ਠੀਕ ਹੈ, ਸਾਡੇ ਕੋਲ 1-2 ਸਾਲ ਹੈਗੇ, ਅਸੀਂ ਕੰਮ ਕਰ ਲਈਏ, ਤੇ ਤਾਂ ਕਿ ਜਿਹੜੀ ਲਿਬਰਲ ਪਾਰਟੀ ਹੈ ਇਸ ਤੋਂ ਬਾਅਦ ਲਿਬਰਲ ਪਾਰਟੀ ਫਾਰਮ ਦੇ ਵਿੱਚ ਆਈ ਸੀ। ਓਬਵੀਅਸਲੀ ਨਾਂ ਤੋਂ ਪਤਾ ਲੱਗ ਰਿਹਾ ਕੰਜ਼ਰਵੇਟਿਵ ਜਿਹਨਾਂ ਦੀ ਸੋਚ ਵੀ ਥੋੜ੍ਹੀ ਉੱਦਾਂ ਦੀ ਹੋਊਗੀ, ਤੇ ਲਿਬਰਲ ਮਤਲਬ ਥੋੜ੍ਹੇ ਲਿਬਰਲ ਹੋਣਗੇ, ਹੈ ਨਾ। ਸੋ ਇਸ ਤੋਂ ਬਾਅਦ ਜਿਹੜੀ ਲਿਬਰਲ ਪਾਰਟੀ ਫਾਰਮ ਦੇ ਵਿੱਚ ਆਈ ਸੀਗੀ, ਰਾਮਸੇ ਮੈਕਡੋਨਲ ਜਿਹੜਾ ਉਹ ਕਮਿਊਨਲ ਅਵਾਰਡ ਲੈ ਕੇ ਆਇਆ ਸੀ, ਹੈ ਨਾ, ਤੁਹਾਨੂੰ ਯਾਦ ਹੋਏਗਾ 1932 ਦੇ ਵਿੱਚ। ਸੋ ਰਾਮਸੇ ਮੈਕਡੋਨਲ ਦੀ ਲਿਬਰਲ ਪਾਰਟੀ ਬਾਅਦ ਵਿੱਚ ਬਣੀ ਸੀ। ਸੋ ਸਾਈਮਨ ਕਮਿਸ਼ਨ ਇਸ ਕਰਕੇ 2 ਸਾਲ ਪਹਿਲਾਂ ਆ ਗਿਆ ਵੀ ਮਤਲਬ ਕਿਉਂਕਿ ਇਲੈਕਸ਼ਨਸ ਹੋਣੀਆਂ ਸੀਗੀਆਂ, ਸੋ ਇਹਨਾਂ ਨੂੰ ਸੀਗਾ ਵੀ ਅਸੀਂ ਹੀ ਦੁਬਾਰਾ ਜਿੱਤੀਏ, ਰਾਈਟ। ਸੋ 1927 ਦੇ ਵਿੱਚ ਜਿਹੜਾ ਸਾਈਮਨ ਕਮਿਸ਼ਨ ਆਇਆ ਉਹ ਵੀ ਇਸੇ ਐਕਟ ਦੇ ਕਰਕੇ ਹੀ ਆਇਆ ਸੀ। ਸੋ ਇਹ ਵੀ ਤੁਸੀਂ ਯਾਦ ਰੱਖ ਲਿਓ, ਕਿਤੇ ਨਾ ਕਿਤੇ ਕੋਈ ਪੁੱਛ ਸਕਦਾ ਆ। ਨੈਕਸਟ ਹੈ in November 1927 British government appointed a 7-member statutory commission under the chairmanship of Sir John Simon to report on condition of India under its new constitution। it was boycotted by all parties because ਹੁਣ ਸਾਈਮਨ ਕਮਿਸ਼ਨ ਜਿਹੜਾ ਆ ਉਹਨੂੰ 1919 ਦੀ ਜਿਹੜੀ ਐਕਟ ਸੀਗਾ ਉਹਦੀ ਵਰਕਿੰਗ ਲਈ ਮਤਲਬ ਉਹਦੇ 'ਤੇ ਰਿਪੋਰਟ ਦੇਣ ਲਈ ਕੌਂਸਟੀਟਿਊਟ ਕੀਤਾ ਗਿਆ ਸੀ। 7 ਮੈਂਬਰ ਕਮਿਸ਼ਨ ਸੀਗਾ। ਸੋ ਇਹਨੂੰ ਕਿਉਂ ਬਾਈਕਾਟ ਕੀਤਾ ਸੀ? ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ, ਇਟ ਵਾਜ਼ ਆਲ ਵਾਈਟ ਕਮਿਸ਼ਨ, ਕਿ ਇਹਦੇ ਜਿੰਨੇ ਵੀ ਮੈਂਬਰ ਸੀ ਉਹ ਬ੍ਰਿਟਿਸ਼ਰਸ ਸੀਗੇ, ਇਹਦੇ ਵਿੱਚ ਕੋਈ ਵੀ ਇੰਡੀਅਨ ਇਨਕਲੂਡਡ ਨਹੀਂ ਸੀ, ਠੀਕ ਹੈ। ਸੋ ਇੰਡੀਅਨਸ ਲਈ ਤੁਸੀਂ ਬਣਾ ਰਹੇ ਹੋ ਔਰ ਇੰਡੀਅਨ ਹੀ ਉਹਦੇ ਵਿੱਚ ਇਨਕਲੂਡਡ ਨਹੀਂ ਹੈ, ਸੋ ਸਾਰੀਆਂ ਪਾਰਟੀਜ਼ ਨੇ ਇਹਦਾ ਬਾਈਕਾਟ ਕੀਤਾ। ਸੋ ਇਹ ਕੁਐਸਚਨ ਕਾਫੀ ਵਾਰ ਆਉਂਦਾ ਹੈ। ਸੋ ਰਾਈਟ ਆਨਸਰ ਇਜ਼ ਆਪਸ਼ਨ ਸੀ। ਨੈਕਸਟ ਹੈ ਰਿਕਮੈਂਡੇਸ਼ਨਸ ਆਫ ਸਾਈਮਨ ਕਮਿਸ਼ਨ ਰਿਪੋਰਟ ਇਨਕਲੂਡਡ। ਹੁਣ ਸਾਈਮਨ ਕਮਿਸ਼ਨ ਨੇ ਕੀ ਚੀਜ਼ਾਂ ਰਿਕਮੈਂਡ ਕੀਤੀਆਂ? ਆਪਸ਼ਨ ਏ ਐਬੋਲਿਸ਼ਨ ਆਫ ਡਾਇਆਰਕੀ ਐਂਡ ਐਕਸਟੈਂਸ਼ਨ ਆਫ ਰਿਸਪੋਂਸੀਬਲ ਗਵਰਨਮੈਂਟ ਇਨ ਦ ਪ੍ਰੋਵਿੰਸਿਸ। ਇਹ ਕਹਿੰਦਾ ਵੀ ਪ੍ਰੋਵਿੰਸਿਸ ਦੇ ਵਿੱਚ ਜਿਹੜੀ ਡਾਇਆਰਕੀ ਆ ਮਤਲਬ ਡਿਊਲ ਸਿਸਟਮ ਆ ਗਵਰਨੈਂਸ ਦਾ ਵੀ ਟਰਾਂਸਫਰ ਤੇ ਰਿਜ਼ਰਵ ਸਬਜੈਕਟ ਉਹਨੂੰ ਖਤਮ ਕਰ ਦਿਓ ਤੇ ਇੱਕ ਰਿਸਪੋਂਸੀਬਲ ਗਵਰਨਮੈਂਟ ਜਿਹੜੀ ਆ ਹੋਣੀ ਚਾਹੀਦੀ ਆ। ਬੀ establishment of a federation of British India and princely states। C
continuation of communal electorates, D, all of the above. So right answer is option D, all of the above. Although it was boycotted on a large scale, Simon Commission, but ਫਿਰ ਵੀ ਜਿਹੜਾ ਇਹਦੀਆਂ ਰਿਕਮੈਂਡੇਸ਼ਨ ਸੀਗੀਆਂ ਉਹਨੂੰ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਇਨਕਲੂਡ ਕੀਤਾ ਗਿਆ ਸੀ ਕਾਫੀ ਰਿਕਮੈਂਡੇਸ਼ਨਸ ਨੂੰ, ਠੀਕ ਆ। Next है, in which year Ramsay MacDonald, the British Prime Minister, announced a scheme of representation of minorities which came to be known as communal award? So नहीं ਆਪਾਂ discuss ਕੀਤਾ, so right answer is option C, 1932. Next is, which act abolished diarchy in the provinces and introduced provincial autonomy in its place? ठीक है, सो राइट आंसर इज़ ऑप्शन सी, गवर्नमेंट ऑफ इंडिया एक्ट 1935। ਆਪਾਂ ਹੁਣੇ ਹੀ ਡਿਸਕਸ ਕੀਤਾ ਵੀ ਸਾਈਮਨ ਕਮਿਸ਼ਨ ਦੇ ਵਿੱਚ ਕੁਝ ਚੀਜ਼ਾਂ ਇਨਕਲੂਡ ਕੀਤੀਆਂ ਸੀ, ਜਿਵੇਂ ਉਹਨਾਂ ਨੇ ਕਿਹਾ ਸੀਗਾ ਕਿ ਡਾਇਆਕੀ ਜਿਹੜੀ ਉਹਨੂੰ ਪ੍ਰੋਵਿੰਸਸ ਦੇ ਵਿੱਚ ਖਤਮ ਕਰ ਦਿਓ। ਸੋ ਅਲਟੀਮੇਟਲੀ 1935 ਦੇ ਐਕਟ ਦੇ ਵਿੱਚ ਡਾਇਆਕੀ ਜਿਹੜੀ ਖਤਮ ਕਰਕੇ ਪ੍ਰੋਵਿੰਸ਼ੀਅਲ ਅਟੋਨਮੀ, ਇਹ ਵੀ ਤੁਸੀਂ ਯਾਦ ਰੱਖਣਾ ਹੈ, ਠੀਕ ਹੈ, ਕਿ ਪ੍ਰੋਵਿੰਸਸ ਨੂੰ ਥੋੜੀ ਅਟੋਨਮੀ ਦਿੱਤੀ ਗਈ, ਥੋੜੀ ਇੰਡੀਪੈਂਡੈਂਸ ਦਿੱਤੀ ਗਈ ਉਹਨਾਂ ਦੇ ਸਬਜੈਕਟਸ ਰਿਗਾਰਡਿੰਗ। ਸੋ ਇਸ ਦਾ ਰਾਈਟ ਆਂਸਰ ਆਏਗਾ ਆਪਸ਼ਨ ਸੀ, ਗਵਰਨਮੈਂਟ ਆਫ ਇੰਡੀਆ ਐਕਟ 1935। ਦੋਨੋਂ ਹੀ ਚੀਜ਼ਾਂ ਯਾਦ ਰੱਖਣੀਆਂ ਆ। ਸੋ ਨੈਕਸਟ ਹੈ, ਵਿਚ ਐਕਟ ਇੰਟਰੋਡਿਊਸਡ ਡਾਇਆਰਕੀ ਐਟ ਦੀ ਸੈਂਟਰ? ਹੁਣ ਇਹ ਬਹੁਤ ਇੰਪੋਰਟੈਂਟ ਹੈ, ਬਹੁਤ ਅੱਛੀ ਤਰ੍ਹਾਂ ਇਹਨੂੰ ਕਨਫਿਊਜ਼ ਨਹੀਂ ਹੋਣਾ। ਦੇਖੋ ਡਾਇਆਰਕੀ ਜਿਹੜੀ ਪ੍ਰੋਵਿੰਸਸ 'ਤੇ ਖਤਮ ਕਰ ਦਿੱਤੀ ਗਈ ਪਰ ਸੈਂਟਰ ਦੇ ਵਿੱਚ ਇੰਟਰੋਡਿਊਸ ਕੀਤੀ ਗਈ। ਸੋ ਗਵਰਨਮੈਂਟ ਆਫ ਇੰਡੀਆ ਐਕਟ 1935 ਹੀ ਇਹਦਾ ਆਂਸਰ ਆਏਗਾ, ਬਟ ਇਹਦੇ ਵਿੱਚ ਕੀ ਹੈ, ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਪ੍ਰੋਵਿੰਸਿਸ ਦੇ ਵਿੱਚ ਡਾਇਆਰਕੀ ਖਤਮ ਕੀਤੀ ਗਈ ਐਂਡ ਸੈਂਟਰ ਦੇ ਵਿੱਚ ਇੰਟਰੋਡਿਊਸ ਕੀਤੀ ਗਈ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ, ਗਵਰਨਮੈਂਟ ਆਫ ਇੰਡੀਆ ਐਕਟ 1935। ਨੈਕਸਟ ਹੈ, ਅੰਡਰ ਗਵਰਨਮੈਂਟ ਆਫ ਇੰਡੀਆ ਐਕਟ 1935 ਰੈਜ਼ੀਡਰੀ ਪਾਵਰਸ ਵਰ ਗਿਵਨ ਟੂ? ਦੇਖੋ ਜਦੋਂ ਗਵਰਨਮੈਂਟ ਆਫ ਇੰਡੀਆ ਐਕਟ 1935 ਇਹਨਾਂ ਨੇ ਲਿਆਂਦਾ, ਇਹਦੇ ਵਿੱਚ ਇਹਨਾਂ ਨੇ ਆਲ ਇੰਡੀਆ ਫੈਡਰੇਸ਼ਨ ਦੀ ਇਸਟੈਬਲਿਸ਼ਮੈਂਟ ਵੀ ਕੀਤੀ, ਜਿਹੜੀ ਕਿ ਫੈਡਰੇਸ਼ਨ ਕਾਹਦੀ ਹੋਏਗੀ ਬਣੀ? ਪ੍ਰੋਵਿੰਸਿਸ ਅਤੇ ਪ੍ਰਿੰਸਲੀ ਸਟੇਟਸ ਦੀ। ਪ੍ਰੋਵਿੰਸਿਸ ਮਤਲਬ ਜਿਹੜੇ ਬ੍ਰਿਟਿਸ਼ ਗਵਰਨਮੈਂਟ ਦੇ ਡਾਇਰੈਕਟ ਅੰਡਰ ਸੀਗੇ, ਠੀਕ ਹੈ, ਜਿਹੜੀਆਂ ਸਟੇਟਸ, ਅਤੇ ਪ੍ਰਿੰਸਲੀ ਸਟੇਟਸ ਮਤਲਬ ਜਿਹੜੀਆਂ ਰਾਜਿਆਂ ਦੇ ਅੰਡਰ ਸੀਗੀਆਂ। ਸੋ ਇਹਨਾਂ ਨੇ ਇੱਕ ਆਲ ਇੰਡੀਆ ਫੈਡਰੇਸ਼ਨ ਕੌਂਸਟੀਟਿਊਟ ਕੀਤੀ। ਹਾਲਾਂਕਿ ਜਿਹੜੀਆਂ ਪ੍ਰਿੰਸਲੀ ਸਟੇਟਸ ਸੀ ਉਹਨਾਂ ਨੇ ਇਸ ਫੈਡਰੇਸ਼ਨ ਨੂੰ ਕਦੀ ਵੀ ਜੁਆਇਨ ਨਹੀਂ ਕੀਤਾ, ਠੀਕ ਹੈ। ਸੋ ਇਸ ਐਕਟ ਨੇ ਫਿਰ ਜਿਹੜੀ ਪਾਵਰ ਸੀਗੀ ਉਹਨੂੰ ਫਰਦਰ ਡਿਵਾਈਡ ਕਰਤਾ 3 ਲਿਸਟ ਦੇ ਵਿੱਚ, ਫੈਡਰਲ ਲਿਸਟ, ਪ੍ਰੋਵਿੰਸ਼ੀਅਲ ਲਿਸਟ ਅਤੇ ਕੰਕਰੈਂਟ ਲਿਸਟ। ਜਿਵੇਂ ਅੱਜ ਦੀ ਡੇਟ ਦੇ ਵਿੱਚ ਯੂਨੀਅਨ ਸਟੇਟ ਅਤੇ ਆਪਣਾ ਕੰਕਰੈਂਟ ਲਿਸਟ ਆ, ਠੀਕ ਆ। ਸੋ ਫੈਡਰਲ ਲਿਸਟ ਦੇ ਵਿੱਚ ਸੈਂਟਰਲ ਦੇ ਵਾਸਤੇ 59 ਆਈਟਮ ਸੀਗੀਆਂ, ਪ੍ਰੋਵਿੰਸ਼ੀਅਲ ਪ੍ਰੋਵਿੰਸਿਸ ਵਾਸਤੇ 54 ਸੀਗੀਆਂ, ਅਤੇ ਉਸ ਤੋਂ ਬਾਅਦ ਕੰਕਰੈਂਟ ਦੇ ਵਿੱਚ 36 ਆਈਟਮ ਸੀ। ਹੁਣ ਜਿਹੜੀਆਂ ਆਈਟਮਸ ਕਿਸੇ ਦੇ ਵਿੱਚ ਕਿਸੇ ਸਬਜੈਕਟਸ ਜਿਹੜੇ ਕਿਸੇ ਵੀ ਲਿਸਟ ਦੇ ਵਿੱਚ ਨਹੀਂ ਆਉਂਦੇ ਸੀ, ਨਾ ਉਹ ਫੈਡਰਲ ਦੇ ਵਿੱਚ, ਨਾ ਪ੍ਰੋਵਿੰਸ਼ੀਅਲ, ਨਾ ਕੰਕਰੈਂਟ ਦੇ ਵਿੱਚ, ਉਹਨਾਂ ਨੂੰ ਆਪਾਂ ਕਹਿ ਦਿੰਦੇ ਸੀ ਰੈਜ਼ੀਡਰੀ ਸਬਜੈਕਟਸ, ਠੀਕ ਹੈ, ਜਾਂ ਰੈਜ਼ੀਡਰੀ ਪਾਵਰਸ, ਮਤਲਬ ਜਿਹੜੀਆਂ ਬਚੇ ਖੁਚੇ ਸਬਜੈਕਟ ਹੈਗੇ। ਸੋ ਉਹ ਜਿਹੜੇ ਸਬਜੈਕਟ ਸੀਗੇ ਉਹ ਕਿਹਨੂੰ ਦਿੱਤੇ ਗਏ? ਦੋਜ਼ ਵਰ ਗਿਵਨ ਟੂ ਦੀ ਵਾਇਸਰॉय। So right answer is option C, Viceroy. Next है, Government of India Act 1935 provided for the establishment of a federal court which was set up in, so ਆਪਾਂ ਕੱਲ ਵੀ ਡਿਸਕਸ ਕੀਤਾ ਸੀਗਾ ਜਦੋਂ ਆਪਾਂ ਰੈਗੂਲੇਟਿੰਗ ਐਕਟ 1773 ਕੀਤਾ ਸੀ, ਵੀ ਉਹਦੇ ਵਿੱਚ ਇਹਨਾਂ ਨੇ ਇੱਕ ਕੈਲਕਟਾ ਦੇ ਵਿੱਚ ਸੁਪਰੀਮ ਕੋਰਟ ਸੈਟਅਪ ਕੀਤੀ ਸੀ, ਹੈ ਨਾ। ਬਟ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਕਿ ਇਹ ਉਹ ਵਾਲੀ ਸੁਪਰੀਮ ਕੋਰਟ ਨਹੀਂ ਹੈ ਜਿਹੜੀ ਅੱਜ ਦੀ ਹੈ। ਜਿਹੜੀ ਅੱਜ ਵਾਲੀ ਹੈ ਇਹੀ ਸੀਗੀ ਫੈਡਰਲ ਕੋਰਟ। ਇਟ ਵਾਜ਼ ਸੈਟਅਪ ਇਨ 1937, ਠੀਕ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ, ਫੈਡਰਲ ਕੋਰਟ ਵਾਜ਼ ਸੈਟ ਅਪ ਇਨ 1937 ਥਰੂ ਗਵਰਨਮੈਂਟ ਆਫ ਇੰਡੀਆ ਐਕਟ 1935, ਠੀਕ ਹੈ। ਪਰ ਇਹ ਜਿਹੜੀ ਅੱਜ ਦੀ ਸੁਪਰੀਮ ਕੋਰਟ ਹੈ ਇਹਨੇ ਫੈਡਰਲ ਕੋਰਟ ਨੂੰ ਰਿਪਲੇਸ ਕਰ ਦਿੱਤਾ ਸੀ 1950 ਦੇ ਵਿੱਚ, ਠੀਕ ਹੈ। ਸੋ ਇਹ ਵੀ ਯਾਦ ਰੱਖ ਲਿਓ। ਸੋ ਰਾਈਟ ਆਂਸਰ ਹੈਰ ਇਜ਼ ਆਪਸ਼ਨ ਸੀ, 1937। ਨੈਕਸਟ ਇਜ਼ ਆਈਡੈਂਟੀਫਾਈ ਦਾ ਕਰੈਕਟ ਸਟੇਟਮੈਂਟ ਰਿਗਾਰਡਿੰਗ ਗਵਰਨਮੈਂਟ ਆਫ ਇੰਡੀਆ ਐਕਟ 1935। ਸੋ ਫਸਟ ਸਟੇਟਮੈਂਟ ਹੈਗੀ ਆ, ਇਟ ਅਬੋਲਿਸ਼ ਦੀ ਕਾਊਂਸਲ ਆਫ ਇੰਡੀਆ ਇਸਟੈਬਲਿਸ਼ਡ ਬਾਈ ਗਵਰਨਮੈਂਟ ਆਫ ਇੰਡੀਆ ਐਕਟ 1858, ਠੀਕ ਹੈ। ਇਮੀਡੀਏਟਲੀ ਰਿਵੋਲਟ ਆਫ 1857 ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਐਕਟ 1858 ਆਇਆ ਸੀ। ਸੋ ਇਹਦੇ ਰਿਲੇਟਿਡ ਵੀ ਆਪਾਂ ਕੁਐਸਚਨਸ ਕੀਤੇ ਆ ਪਿਛਲੀ ਵੀਡੀਓ ਦੇ ਵਿੱਚ। ਸੋ ਇਹਦੇ 'ਚ ਇੱਕ ਕਾਊਂਸਲ ਆਫ ਇੰਡੀਆ ਇਸਟੈਬਲਿਸ਼ ਕੀਤੀ ਗਈ ਸੀ, ਜਿਹਨੂੰ ਬਾਅਦ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਥਰੂ ਖਤਮ ਕਰ ਦਿੱਤਾ ਗਿਆ। ਸੋ ਫਸਟ ਸਟੇਟਮੈਂਟ ਬਿਲਕੁਲ ਕਰੈਕਟ ਹੈ। ਸੈਕਿੰਡ ਸਟੇਟਮੈਂਟ ਹੈ, ਇਟ ਪ੍ਰੋਵਾਈਡਡ ਫॉर द एस्टैब्लिशमेंट ऑफ रिजर्व बैंक ऑफ इंडिया टू कंट्रोल करेंसी एंड क्रेडिट ऑफ कंट्री, बिल्कुल सही है। नेक्स्ट पॉइंट है, इट प्रोवाइडेड फॉर द एस्टैब्लिशमेंट ऑफ नॉट ओनली फेडरल पब्लिक सर्विस कमीशन, आ गया ना वही पॉइंट, बट ऑल्सो प्रोविंशियल पब्लिक सर्विस कमीशन एंड जॉइंट पब्लिक सर्विस कमीशन। ये भी असी ऑलरेडी डिस्कस कर चुके हैं, ठीक है। सो राइट आंसर इज ऑप्शन डी, 1, 2 एंड 3 सारे ही करेक्ट ने। नेक्स्ट है, इनिशियली ब्रिटिश गवर्नमेंट अनाउंसड टू एंड इट्स रूल इन इंडिया बाय। सो ये क्वेश्चन भी पंजाब के किसी पेपर च आया होया है। सो इसका आंसर आएगा बी, जून 30, 1948, ठीक है। सो पहला ब्रिटिश गवर्नमेंट ने जून 30, 1948 ਨੂੰ डिसाइड ਕੀਤਾ ਸੀਗਾ ਵੀ ਆਪਾਂ ਇਦਨ ਇੰਡੀਆ ਲੀਵ ਕਰਾਂਗੇ, ठीक है। नैक्सट है, हु बिकेम द फर्स्ट गवर्नर जनरल ऑफ द न्यू डोमिनियन ऑफ इंडिया?
who also announced 3rd June plan, ठीक है। सो 3rd June plan या माउंटबैटन प्लान भी इन्हों ਆਪਾਂ बोलते हैं। सो लॉर्ड माउंटबैटन इसका आंसर आएगा। ही वॉज द फर्स्ट गवर्नर जनरल ऑफ न्यू डोमिनियन ऑफ इंडिया। सो राइट आंसर इज ऑप्शन ए। नेक्स्ट है हु वॉज द ब्रिटिश प्राइम मिनिस्टर वैन इंडिया डिक्लेयर्ड इंडिपेंडेंट। सो ये भी लिबरल पार्टी ਨੂੰ ਹੀ ਬਿਲੋਂਗ ਕਰਦਾ ਸੀ। ਸੋ ਉਸ ਟਾਈਮ 'ਤੇ ਜੋ ਪ੍ਰਾਈਮ ਮਿਨਿਸਟਰ ਸੀ ਯੂਕੇ ਦਾ ਜਦੋਂ ਇੰਡੀਆ ਆਜ਼ਾਦ ਹੋਇਆ। ਸੋ ਰਾਈਟ ਆਂਸਰ ਇਜ਼ ਆਪਸ਼ਨ ਬੀ ਕਲੇਮੈਂਟ ਐਟਲੀ। ਬਹੁਤ ਸਾਰੇ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਇਹ। ਨੈਕਸਟ ਹੈ ਹੂ ਵॉज द फर्स्ट एग्रीकल्चर मिनिस्टर ऑफ फ्री इंडिया। सो फर्स्ट एग्रीकल्चर मिनिस्टर ਸੀਗੇ डॉक्टर राजेंद्र प्रसाद। सो राइट आंसर इज़ ऑप्शन सी, ठीक है। ਹੁਣ ਇਸ ਤੋਂ ਇਲਾਵਾ ਬਾਕੀ ਅਗਰ ਆਪਸ਼ਨਸ ਦੇਖੀਏ ਤੇ ਜਗਜੀਵਨ ਰਾਮ ਜਿਹੜੇ ਸੀਗੇ ਇਹ ਲੇਬਰ ਮਿਨਿਸਟਰ ਸੀਗੇ ਜਾਂ ਆਪਾਂ ਕਹਿ ਲਈਏ ਫਰਸਟ ਲੇਬਰ ਮਿਨਿਸਟਰ ਸੀ ਇੰਡੀਆ ਦੇ। ਦੈਨ ਸਰਦਾਰ ਬਲਦੇਵ ਸਿੰਘ ਜਿਹੜੇ ਸੀ ਇਹ ਡਿਫੈਂਸ ਮਿਨਿਸਟਰ ਸੀਗੇ, ਠੀਕ ਹੈ। ਤੇ ਜੌਨ ਮਿਠਾਈ ਜਿਹੜੇ ਸੀਗੇ ਇਹ ਸੀਗੇ ਰੇਲਵੇ ਐਂਡ ਟਰਾਂਸਪੋਰਟ ਮਿਨਿਸਟਰ। ਸੋ ਇਹ ਵੀ ਤੁਸੀਂ ਤਿੰਨਾਂ ਹੀ ਨੋਟ ਕਰ ਲਿਓ। ਜਗਜੀਵਨ ਰਾਮ ਜਿਹੜੇ ਲੇਬਰ ਮਿਨਿਸਟਰ, ਬਲਦੇਵ ਸਿੰਘ ਡਿਫੈਂਸ ਮਿਨਿਸਟਰ ਤੇ ਜੌਨ ਮਿਠਾਈ ਰੇਲਵੇ ਐਂਡ ਟਰਾਂਸਪੋਰਟ ਤੇ ਡਾਕਟਰ ਰਾਜਿੰਦਰ ਪ੍ਰਸਾਦ ਫਰਸਟ ਐਗਰੀਕਲਚਰ ਮਿਨਿਸਟਰ ਸੀਗੇ ਇੰਡੀਆ ਦੇ। ਨੈਕਸਟ ਹੈ ਆਈਡੈਂਟੀਫਾਈ ਦਾ ਇਨਕਰੈਕਟ ਮੈਚ ਪੇਅਰ। ਇਨਕਰੈਕਟ ਦੱਸਣਾ ਆਪਾਂ ਨੂੰ, ਠੀਕ ਹੈ। ਮੈਂਬਰਸ ਆਫ ਕੈਬਨਿਟ ਆਫ ਫਰੀ ਇੰਡੀਅਨ ਪੋਰਟਫੋਲੀਓਜ਼ ਹੈਲਡ ਕਿਹੜੀ ਕਿਹੜੀ ਮਿਨਿਸਟਰੀ ਕਿਹਦੇ ਕੋਲ ਸੀਗੀ ਉਹ ਲਿਖਿਆ ਹੋਇਆ। ਫਰਸਟ ਆਪਸ਼ਨ ਹੈ ਰਾਜਕੁਮਾਰੀ ਅੰਮ੍ਰਿਤ ਕੌਰ। ਰਾਜਕੁਮਾਰੀ ਅੰਮ੍ਰਿਤ ਕੌਰ ਕੋ ਹੈਲਥ ਮਿਨਿਸਟਰੀ ਸੀਗੀ, ਇਹ ਬਿਲਕੁਲ ਸਹੀ ਹੈ। ਨੈਕਸਟ ਹੈ ਰਫੀ ਅਹਿਮਦ ਕਿਡਵਾਈ ਇਹ ਕਮਿਊਨੀਕੇਸ਼ਨ ਮਿਨਿਸਟਰ ਸੀਗੇ, ਬਿਲਕੁਲ ਸਹੀ ਹੈ। ਆਪਸ਼ਨ ਸੀ ਡਾਕਟਰ ਸ਼ਿਆਮ ਪ੍ਰਸਾਦ ਮੁਖਰਜੀ, ਇਹ ਇੰਡਸਟਰੀਜ਼ ਐਂਡ ਸਪਲਾਈਜ਼ ਮਿਨਿਸਟਰੀ ਸੀ ਇਹਨਾਂ ਕੋਲ, ਬਿਲਕੁਲ ਸਹੀ ਹੈ। ਆਪਸ਼ਨ ਡੀ ਆਰ ਕੇ ਸ਼ਨਮੁਗਮ ਸ਼ੈਟੀ। ਸੋ ਇਹ ਜਿਹੜੇ ਸ਼ੈਟੀ ਸੀਗੇ ਇਹਨਾਂ ਕੋਲ ਲਾਅ ਮਿਨਿਸਟਰੀ, ਇਹ ਗਲਤ ਹੈ। ਲਾਅ ਮਿਨਿਸਟਰੀ ਜਿਹੜੀ ਸੀਗੀ ਇਹ ਡਾਕਟਰ ਬੀ ਆਰ ਅੰਬੇਦਕਰ ਕੋਲ ਸੀਗੀ, ਠੀਕ ਹੈ। ਸੋ ਇਹ ਵੀ ਤੁਸੀਂ ਨੋਟ ਡਾਊਨ ਕਰ ਲੈਣਾ। ਜਿਹੜੇ ਸ਼ੈਟੀ ਸੀਗੇ ਇਸ ਟਾਈਮ ਫਾਈਨਾਂਸ ਮਿਨਿਸਟਰ ਸੀ, ਠੀਕ ਹੈ। ਸੋ ਇਹ ਨੋਟ ਡਾਊਨ ਕਰ ਲਿਓ। ਸੋ ਰਾਈਟ ਆਂਸਰ ਆਪਸ਼ਨ ਡੀ ਆਊਗਾ ਜਿਹੜਾ ਇਨਕਰੈਕਟ ਹੈ, ਬਿਕੋਜ਼ ਸ਼ੈਟੀ ਵਾਜ਼ ਫਾਈਨਾਂਸ ਮਿਨਿਸਟਰ ਤੇ ਲਾਅ ਮਿਨਿਸਟਰ ਕੌਣ ਸੀਗੇ ਡਾਕਟਰ ਬੀ ਆਰ ਅੰਬੇਦਕਰ। ਨੈਕਸਟ ਹੈ ਹੂ ਵॉज द फर्स्ट एजुकेशन मिनिस्टर ऑफ फ्री इंडिया। सो फर्स्ट एजुकेशन मिनिस्टर ਸੀਗੇ ਮੌਲਾਨਾ ਅਬਦੁਲ ਕਲਾਮ ਆਜ਼ਾਦ। ਸੋ ਰਾਈਟ ਆਂਸਰ ਇਜ਼ ਆਪਸ਼ਨ ਏ। ਬਟ ਉਸ ਤੋਂ ਇਲਾਵਾ ਅਗਰ ਆਪਾਂ ਬਾਕੀ ਦੇਖੀਏ ਸਰਦਾਰ ਵੱਲਭ ਭਾਈ ਪਟੇਲ ਤੇ ਵੱਲਭ ਭਾਈ ਪਟੇਲ ਜਿਹੜੇ ਸੀ ਇਹ ਫਰਸਟ ਹੋਮ ਮਿਨਿਸਟਰ ਵੀ ਸੀਗੇ, ਨਾਲ ਦੇ ਨਾਲ ਇਹਨਾਂ ਕੋਲ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਵੀ ਸੀਗੀ, ਠੀਕ ਹੈ। ਦੈਨ ਉਸ ਤੋਂ ਬਾਅਦ ਸੀ ਐਚ ਭਾਬਾ ਜਿਹੜੇ ਸੀਗੇ ਇਹਨਾਂ ਕੋਲ ਹੋਮੀ ਬਾਬਾ ਇਹਨਾਂ ਕੋਲ ਕਾਮਰਸ ਦੀ ਮਿਨਿਸਟਰੀ ਸੀਗੀ, ਮਿਨਿਸਟਰੀ ਆਫ ਕਾਮਰਸ। ਦੈਨ ਉਸ ਤੋਂ ਬਾਅਦ ਵੀ ਐਨ ਗਡਗਿਲ ਜਿਹੜੇ ਸੀ ਇਹਨਾਂ ਕੋਲ ਮਾਈਨਸ ਐਂਡ ਪਾਵਰ ਸੀ, ਠੀਕ ਹੈ। ਨਾਲ ਵਰਕਸ ਮਾਈਨਸ ਐਂਡ ਪਾਵਰ ਮਿਨਿਸਟਰੀ ਜਿਹੜੀ ਸੀਗੀ ਇਹਨਾਂ ਕੋਲ ਵੀ ਐਨ ਗਡਗਿਲ ਕੋਲ ਸੀਗੀ। ਸੋ ਇਹ ਵੀ ਤੁਸੀਂ ਨਾਲ ਨੋਟ ਡਾਊਨ ਕਰ ਲਿਓ। ਸੋ ਦੈਟ ਵਾਜ਼ ਆਲ। ਇਹਦੇ ਨਾਲ ਸਾਡਾ ਫਸਟ ਚੈਪਟਰ ਜਿਹੜਾ ਹਿਸਟੋਰੀਕਲ ਬੈਕਗਰਾਊਂਡ ਦਾ ਉਹ ਖਤਮ ਹੁੰਦਾ ਹੈ। ਇਸ ਤੋਂ ਬਾਅਦ ਆਪਾਂ ਕੌਨਸਟੀਟਿਊਸ਼ਨ ਔਰ ਕੌਂਸਟੀਟਿਊਐਂਟ ਅਸੈਂਬਲੀ ਦੇ ਬਾਰੇ ਕੁਐਸਚਨਸ ਜਿਹੜੇ ਆ ਪੜ੍ਹਾਂਗੇ।